ਅੱਜ ਆਓ ਅਸੀਂ ਨਿਆਂ ਦਾ ਦਿਨ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰੀਏ। ਇਸ ਯੁੱਗ ਵਿੱਚ ਵੱਖ-ਵੱਖ ਜਲਵਾਯੂ ਆਫਤਾਂ ਅਤੇ ਵੱਡੀਆਂ ਆਫਤਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹਰ ਰੋਜ਼ ਵਾਪਰ ਰਹੀਆਂ ਹਨ। ਪੂਰੇ ਸੰਸਾਰ ਵਿੱਚ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਪਰਾਈਆਂ ਕੌਮਾਂ ਵੀ ਕਹਿ ਰਹੀਆਂ ਹਨ ਕਿ ਪਰਮੇਸ਼ਵਰ ਦੇ ਨਿਆਂ ਦਾ ਦਿਨ ਨੇੜੇ ਨਹੀਂ ਹੈ। ਇਸ ਲਈ ਅੱਜ ਆਓ ਅਸੀਂ ਉਪਦੇਸ਼ ਲੇਖ ਨਿਆਂ ਦਾ ਦਿਨ ਦੇ ਦੁਆਰਾ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਮੇਰਾ ਮੰਨਣਾ ਹੈ ਕਿ ਤੁਸੀਂ ਅਮਰੀਕਾ ਅਤੇ ਕੈਨੇਡਾ ਵਿੱਚ ਤਾਪਮਾਨ ਦੇ ਲਗਭਗ 50 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਖਬਰ ਦੇਖੀ ਹੋਵੇਗੀ। ਇਸ ਦੇ ਇਲਾਵਾ ਆਸਟ੍ਰੇਲੀਆ ਨੇੜੇ ਦੱਖਣੀ ਗੋਲਾਰਧ ਵਿੱਚ ਉਹ ਅਸਾਧਾਰਨ ਤੌਰ ਤੇ ਠੰਡੇ ਮੌਸਮ ਦਾ ਅਨੁਭਵ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁਣ ਦੁਨੀਆ ਭਰ ਵਿੱਚ ਚੀਨ, ਭਾਰਤ, ਦੱਖਣੀ ਪੂਰਬੀ ਏਸ਼ੀਆ ਅਤੇ ਕਈ ਹੋਰ ਥਾਵਾਂ ਵਿੱਚ ਹੋ ਰਹੀਆਂ ਹਨ। ਕੋਰੀਆ ਵਿੱਚ ਗੜੇਮਾਰੀ ਨਾਲ ਪੇਂਡੂ ਖੇਤਾਂ ਦੇ ਖਰਾਬ ਹੋਣ ਦੀਆਂ ਵੀ ਖਬਰਾਂ ਹਨ। ਨਾ ਸਿਰਫ ਗੜੇ ਬਲਕਿ ਹੜ੍ਹ ਅਤੇ ਹਵਾ ਦੇ ਬੇਮਿਸਾਲ ਝੱਖੜ ਬਾਰੇ ਵੀ ਦੱਸਿਆ ਗਿਆ ਹੈ। ਏਸ਼ੀਆ ਵਿੱਚ ਪਹਿਲਾਂ ਤੂਫਾਨ ਜਾਂ ਅਜਿਹਾ ਬਵੰਡਰ ਨਹੀਂ ਸੀ। ਜਦੋਂ ਤੋਂ 2019 ਵਿੱਚ ਕਰੋਨਾ ਵਾਇਰਸ ਸਾਹਮਣੇ ਆਇਆ ਹੈ, ਭੂਚਾਲ ਤੋਂ ਲੈ ਕੇ ਜਵਾਲਾਮੁਖੀ ਫਟਣ ਤੱਕ ਬਹੁਤ ਸਾਰੀਆਂ ਤਬਾਹੀਆਂ ਹੋਈਆਂ ਹਨ। ਮੌਜੂਦਾ ਹੋ ਰਹੀਆਂ ਤਬਾਹੀਆਂ ਦੁਆਰਾ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਉਸ ਸਮੇਂ ਬਾਰੇ ਦੱਸ ਰਹੇ ਹਨ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਇਹ ਘਟਨਾਵਾਂ ਸਾਨੂੰ ਹੁਣ ਜਾਗਰੂਕ ਅਤੇ ਸੁਚੇਤ ਰਹਿਣ ਲਈ ਹੋਰ ਜ਼ਿਆਦਾ ਕਾਰਨ ਦਿੰਦੀਆਂ ਹਨ, ਤਾਂ ਜੋ ਅਸੀਂ 5 ਬੁੱਧੀਮਾਨ ਕੁਆਰੀਆਂ ਵਾਂਗ ਵਿਸ਼ਵਾਸ ਦਾ ਕਾਫੀ ਤੇਲ ਤਿਆਰ ਕਰ ਸਕੀਏ ਅਤੇ ਬਿਨਾਂ ਕਿਸੇ ਸ਼ਰਮ ਦੇ ਪਿਤਾ ਜੀ ਨੂੰ ਉਹਨਾਂ ਦੇ ਆਉਣ ਵੇਲੇ ਸਵੀਕਾਰ ਕਰ ਸਕੀਏ। ਅੱਜ ਦਾ ਉਪਦੇਸ਼ ਨਿਆਂ ਦੇ ਦਿਨ ਬਾਰੇ ਹੈ। ਹਮੇਸ਼ਾ ਇੱਕ ਨਿਸ਼ਾਨ ਹੁੰਦਾ ਹੈ ਜੋ ਕੁਝ ਹੋਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ। 2000 ਸਾਲ ਪਹਿਲਾਂ ਕਿ ਯਿਸੂ ਨੇ ਸਾਨੂੰ ਇਹ ਦੱਸਣ ਲਈ ਕਈ ਭਵਿੱਖਬਾਣੀਆਂ ਨਹੀਂ ਦਿੱਤੀਆਂ ਕਿ ਬਿਪਤਾਵਾਂ ਇੱਕ ਨਿਸ਼ਾਨੀ ਹੈ ਜੋ ਪਰਮੇਸ਼ਵਰ ਦੇ ਨਿਆਂ ਦੇ ਦਿਨ ਤੋਂ ਪਹਿਲਾਂ ਹੁੰਦੀਆਂ ਹਨ। ਭਵਿੱਖਬਾਣੀ ਦੁਆਰਾ ਦਿੱਤੇ ਗਏ ਅਜਿਹੇ ਕਈ ਲੇਖ ਵੀ ਹਨ। ਜਦ ਪਰਮੇਸ਼ਵਰ ਦੇ ਨਿਆਂ ਦਾ ਦਿਨ ਨੇੜੇ ਹੈ ਤਾਂ ਸਾਨੂੰ ਆਪਣੇ ਆਪ ਤੋਂ ਇਹ ਪੁੱਛਦੇ ਹੋਏ ਆਪਣਾ ਦੀਪਕ ਅਤੇ ਤੇਲ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ ਕਿ ਜੋ ਕੁਝ ਪਰਮੇਸ਼ਵਰ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੇਰੇ ਵਿਸ਼ਵਾਸ ਦੇ ਜੀਵਨ 'ਚ ਮੈਂ ਕਿਸ ਗੱਲ ਵਿੱਚ ਕਮਜ਼ੋਰ ਹਾਂ। ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਇਸ ਉੱਤੇ ਵਿਚਾਰ ਕਰਨ ਲਈ ਕਹਿੰਦਾ ਹਾਂ ਤਾਂ ਜੋ ਸਿਯੋਨ ਵਿੱਚ ਸਵਰਗੀ ਪਰਿਵਾਰ ਦੇ ਸਾਰੇ ਮੈਂਬਰ ਬਿਨਾਂ ਕਿਸੇ ਨੂੰ ਛੱਡੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਣ। ਹੁਣ ਅਸੀਂ ਅਮਰੀਕਾ ਅਤੇ ਕੈਨੇਡਾ ਵਿੱਚ ਗਰਮੀ ਦੀ ਲਹਿਰ 50 ਡਿਗਰੀ ਸੈਲਸੀਅਸ ਤੱਕ ਪਹੁੰਚਣ ਅਤੇ ਦੱਖਣੀ ਗੋਲਾਰਧ ਵਿੱਚ ਆਸਟ੍ਰੇਲੀਆ ਨੂੰ ਜਮਾਉਣ ਵਾਲੀ ਠੰਡੀ ਲਹਿਰ ਵਰਗੀ ਭਿੰਨ-ਭਿੰਨ ਮੌਸਮੀ ਘਟਨਾਵਾਂ ਦੇਖਦੇ ਹਾਂ। ਉੱਤਰੀ ਕੋਰੀਆ ਵਿੱਚ ਪਰਮਾਣੂ ਹਥਿਆਰ ਅਤੇ ਕੋਵਿਡ-19 ਨਾਲ ਸੰਬੰਧਿਤ ਹੁਣ ਵੀ ਅਣਸੁਲਝੇ ਮੁੱਦੇ ਹਨ। ਵਿਪਤਾਵਾਂ ਹਰ ਜਗ੍ਹਾ ਵਾਪਰ ਰਹੀਆਂ ਹਨ। ਮੰਨੋ ਉਹ ਸਾਰੀ ਇਸ ਯੁੱਗ ਲਈ ਇੱਕ ਬੰਡਲ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਸੀ ਜਿਸ ਵਿੱਚ ਅਸੀਂ ਜੀ ਰਹੇ ਹਾਂ। ਇਸ ਸਥਿਤੀ ਉੱਤੇ ਵਿਚਾਰ ਕਰਦੇ ਹੋਏ ਆਓ ਅਸੀਂ ਹਿਜਕਲ ਅਧਿਆਇ 7 ਨੂੰ ਖੋਲੀਏ। ਹਿਜਕਲ ਅਧਿਆਇ 7 ਵਚਨ 5। ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ ਕਿ ਇੱਕ ਬਿਪਤਾ, ਹਾਂ ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ। ਅੰਤ ਆ ਪੁੱਜਾ, ਹਾਂ ਅੰਤ ਆ ਪੁੱਜਾ। ਅੰਤ ਤੇਰੇ ਉੱਤੇ ਜਾਗ ਉੱਠਿਆ, ਵੇਖ ਉਹ ਆ ਪੁੱਜਿਆ। ਇੱਥੇ ਅੰਤ ਦੁਨੀਆ ਦੇ ਅੰਤ ਨੂੰ ਦਰਸਾਉਂਦਾ ਹੈ। ਅੰਤ ਤੇਰੇ ਉੱਤੇ ਜਾਗ ਉੱਠਿਆ, ਵੇਖ ਉਹ ਆ ਪੁੱਜਿਆ। ਹੇ ਧਰਤੀ ਦੇ ਰਹਿਣ ਵਾਲੇ, ਤੇਰੀ ਵਾਰੀ ਆ ਗਈ, ਸਮਾਂ ਆ ਪੁੱਜਿਆ। ਰੋਲੇ ਦਾ ਦਿਹਾੜਾ ਨੇੜੇ ਆ ਗਿਆ। ਇਹ ਪਰਵਤਾਂ ਉੱਤੇ ਖੁਸ਼ੀ ਵਿੱਚ ਗੱਜਣ ਦਾ ਦਿਨ ਨਹੀਂ। ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ ਅਤੇ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ। ਇਸ ਧਰਤੀ ਉੱਤੇ ਰਹਿੰਦੇ ਹੋਏ ਅਸੀਂ ਆਪਣਾ ਸਮਾਂ ਕਿਵੇਂ ਬਤੀਤ ਕੀਤਾ ਹੈ? ਅਸੀਂ ਧਰਤੀ ਉੱਤੇ ਕਿਉਂ ਆ ਗਏ ਸੀ?
ਜੇਕਰ ਅਸੀਂ ਧਰਤੀ ਉੱਤੇ ਆਉਣ ਦੇ ਕਾਰਨ ਨੂੰ ਜਾਣਦੇ ਹਾਂ ਤਾਂ ਸਾਨੂੰ ਉਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਅਸੀਂ ਉਹ ਆਤਮਾਵਾਂ ਹਾਂ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਹੈ ਅਤੇ ਇਸ ਧਰਤੀ ਉੱਤੇ ਹੇਠਾਂ ਸੁੱਟ ਦਿੱਤੀਆਂ ਗਈਆਂ ਹਨ, ਤਾਂ ਅਸੀਂ ਪਰਮੇਸ਼ਵਰ ਦੇ ਵਿਰੁੱਧ ਹੋਣ ਅਤੇ ਪਰਮੇਸ਼ਵਰ ਦੇ ਵਚਨਾਂ ਦੀ ਉਲੰਘਣਾ ਕਰਦੇ ਹੋਏ ਜੋ ਸਮਾਂ ਬਿਤਾਇਆ ਸੀ ਉਸ ਸਮੇਂ ਲਈ ਤੋਬਾ ਕਰਨਾ ਚਾਹੀਦਾ ਹੈ। ਪਰਮੇਸ਼ਵਰ ਸਾਡੇ ਆ ਮਾਰਗਾਂ ਅਨੁਸਾਰ ਕੀ ਕਰਨਗੇ? ਪਰਮੇਸ਼ਵਰ ਸਾਡਾ ਨਿਆਂ ਕਰਨਗੇ। ਵਚਨ ਨੂੰ ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ, ਨਾ ਮੈਂ ਤਰਸ ਖਾਵਾਂਗਾ ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਨਾਉਣੇ ਕੰਮ ਤੇਰੇ ਉੱਤੇ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਜੋ ਮਾਰਦਾ ਹਾਂ। ਪਰਮੇਸ਼ਵਰ ਧਰਮੀਆਂ ਨੂੰ ਦੁਸ਼ਟਾਂ ਤੋਂ ਵੱਖਰਾ ਕਰਦੇ ਹਨ। ਉਹ ਉਹਨਾਂ ਦੁਆਰਾ ਕੀਤੇ ਗਏ ਸਾਰੇ ਬੁਰੇ ਕੰਮਾਂ ਲਈ ਉਹਨਾਂ ਨੂੰ ਨਿਆਂ ਅਤੇ ਸਜ਼ਾ ਦਿੰਦੇ ਹਨ। ਵਚਨ 10, ਵੇਖ ਉਹ ਦਿਨ ਵੇਖ, ਉਹ ਆ ਪੁੱਜਿਆ ਹੈ, ਤੇਰੀ ਸ਼ਾਮਤ ਆ ਗਈ। ਛੜ ਵਿੱਚ ਕੱਲੀਆਂ ਨਿਕਲੀਆਂ, ਕੁਮੰਡ ਵਿੱਚ ਡੋਡੀਆਂ ਲੱਗੀਆਂ ਹਨ। ਜ਼ੁਲਮ ਵੱਧ ਕੇ ਦੁਸ਼ਟ ਪੁਣੇ ਲਈ ਛੜ ਬਣ ਗਿਆ। ਹੁਣ ਕੋਈ ਉਹਨਾਂ ਵਿੱਚੋਂ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕੋਈ ਬੰਜੂਰਗੀ ਹੋਵੇਗੀ। ਸਮਾਂ ਆ ਪੁੱਜਾ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਹਨਾਂ ਦੇ ਸਾਰੇ ਮਹਾਈਨ ਉੱਤੇ ਕਹਿਰ ਟੁੱਟਣ ਵਾਲਾ ਹੈ। ਇਹ ਕੋਈ ਸਧਾਰਨ ਵਿਪਤਾ ਨਹੀਂ ਹੋਵੇਗੀ ਜਿਵੇਂ ਅਸੀਂ ਪਹਿਲਾਂ ਦੇਖੀ ਹੈ, ਬਲਕਿ ਇੱਕ ਵੱਡੀ ਵਿਪਤਾ ਹੋਵੇਗੀ। ਬਾਈਬਲ ਦੇ ਇੱਕ ਸੰਸਕਰਣ ਵਿੱਚ ਇਹ ਵਿਲੱਖਣ ਵਿਪਤਾ ਅਤੇ ਦੂਸਰੇ ਵਿੱਚ ਇੱਕ ਬੇਮਿਸਾਲ ਵਿਪਤਾ ਕਹਿੰਦਾ ਹੈ। ਮੈਂ ਸੁਣਿਆ ਹੈ ਕਿ ਡੈਲਟਾ ਰੂਪ ਅਤੇ ਇੱਕ ਹੋਰ ਰੂਪ ਵੀ ਜ਼ਿਆਦਾ ਛੂਤਕਾਰੀ ਹੈ ਅਤੇ ਮੂਲ ਵਾਇਰਸ ਦੀ ਤੁਲਨਾ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਹਿਲਾਂ ਜਦੋਂ ਅਜਿਹੀ ਮਹਾਮਾਰੀਆਂ ਆਉਂਦੀਆਂ ਸੀ ਤਾਂ ਇਹ ਥੋੜੇ ਸਮੇਂ ਲਈ ਸਿਰਫ ਸਰਦੀਆਂ ਵਿੱਚ ਸਰਗਰਮ ਰਹਿੰਦੀਆਂ ਸੀ ਅਤੇ ਬਸੰਤ ਤੋਂ ਬਾਅਦ ਜਲਦੀ ਹੀ ਅਲੋਪ ਹੋ ਜਾਂਦੀਆਂ ਸੀ। ਪਰ ਹੁਣ ਕੀ ਇਹ ਚਾਰੇ ਮੌਸਮਾਂ ਬਸੰਤ, ਗਰਮੀ, ਪਤਝੜ ਅਤੇ ਸਰਦੀਆਂ ਵਿੱਚ ਵੀ ਤੇਜ਼ ਰਹਿਣਾ ਜਾਰੀ ਨਹੀਂ ਰੱਖਦੀਆਂ? ਮਹਾਮਾਰੀ 2019 ਦੀ ਸਰਦੀਆਂ ਵਿੱਚ ਸ਼ੁਰੂ ਹੋਈ ਸੀ, ਇਸ ਲਈ ਅਸੀਂ ਇਹ ਸੋਚ ਕੇ ਬਸੰਤ ਦੀ ਉਡੀਕ ਕੀਤੀ। ਇਹ ਸਰਦੀਆਂ ਤੋਂ ਬਾਅਦ ਬਿਹਤਰ ਹੋ ਜਾਵੇਗੀ। ਸਾਨੂੰ ਉਮੀਦ ਸੀ ਕਿ ਇਹ 3 ਮਹੀਨਿਆਂ ਅੰਦਰ ਕੁਝ ਹੱਦ ਤੱਕ ਘੱਟ ਹੋ ਜਾਵੇਗੀ, ਪਰ ਜਿਵੇਂ ਜਿਵੇਂ ਬਸੰਤ ਆਇਆ ਇਹ ਮਜ਼ਬੂਤ ਹੁੰਦੀ ਗਈ। ਅਸੀਂ ਸੋਚਿਆ ਗਰਮੀਆਂ ਤੱਕ ਸਭ ਵਾਇਰਸ ਮਰ ਜਾਣਗੇ, ਪਰ ਜਦੋਂ ਗਰਮੀ ਆਈ ਤਾਂ ਇਹ ਫਿਰ ਤੋਂ ਵੱਧ ਰਿਹਾ ਸੀ। ਅਸੀਂ ਕਿਹਾ ਇਹ ਪਤਝੜ ਵਿੱਚ ਤਾਂ ਠੀਕ ਹੋ ਜਾਵੇਗਾ, ਪਰ ਪਤਝੜ ਵਿੱਚ ਇਹ ਹੋਰ ਵਧੇਰਾ ਸਰਗਰਮ ਹੋ ਗਿਆ। ਸਰਦੀ ਦਾ ਮੌਸਮ ਵਾਇਰਸਾਂ ਦਾ ਹੁੰਦਾ ਹੈ, ਇਸ ਲਈ ਇਹ ਹੋਰ ਸਰਗਰਮ ਹੋ ਗਿਆ। ਇੰਨਾ ਸਮਾਂ ਬੀਤ ਚੁੱਕਿਆ ਹੈ, ਪਰ ਇਹ ਸਿਰਫ ਬਦਲਦਾ ਹੈ। ਇਹ ਅਣਜਾਣ ਰੂਪ ਜਿਵੇਂ ਡੈਲਟਾ ਰੂਪ ਹੁਣ ਤੋਂ ਦਿਖਾਈ ਦੇਣਾ ਸ਼ੁਰੂ ਹੋਇਆ ਹੈ। ਇਸ ਲਈ ਅਸੀਂ ਮੌਜੂਦਾ ਸਥਿਤੀ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਕਿਹਾ ਕਿ ਜਦੋਂ ਬੇਮਿਸਾਲ ਵਿਪਤਾਵਾਂ ਜਿਨ੍ਹਾਂ ਬਾਰੇ ਅਸੀਂ ਨਾ ਸੁਣਿਆ ਹੋਵੇ ਉਹ ਹੋਣ ਲੱਗਣ ਤਾਂ ਉਹ ਦੁਸ਼ਟਾਂ ਨੂੰ ਨਿਆਂ ਅਤੇ ਸਜ਼ਾ ਦੇਣਗੇ। ਇਸ ਮਾਮਲੇ ਸੰਬੰਧੀ ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਉਹ 2000 ਸਾਲ ਪਹਿਲਾਂ ਧਰਤੀ ਉੱਤੇ ਆਏ ਸੀ। ਆਓ ਮਤੀ ਅਧਿਆਇ 24 ਵਚਨ 7 ਦੇਖੀਏ। ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾ ਦਾ ਆਰੰਭ ਹੈ। ਇੱਥੇ ਇਸ ਨੂੰ ਪੀੜਾ ਦੇ ਰੂਪ ਵਿੱਚ ਦੱਸਿਆ ਗਿਆ ਹੈ। ਆਓ ਵਚਨ 3 ਨਾਲ ਜਾਰੀ ਰਹੀਏ। ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਦਾ। ਅਤੇ ਪਹਿਲਾਂ ਉਹਨਾਂ ਨੇ ਉਸ ਦੇ ਆਉਣ ਬਾਰੇ ਪੁੱਛਿਆ ਅਤੇ ਉਹਨਾਂ ਦਾ ਦੂਸਰਾ ਸਵਾਲ ਕੀ ਸੀ? ਜਗਤ ਦੇ ਅੰਤ ਦੇ ਕੀ ਲੱਛਣ ਹੋਊ? ਚੇਲਿਆਂ ਨੇ ਯਿਸੂ ਤੋਂ ਪੁੱਛਿਆ, ਇਸ ਗੱਲ ਦੇ ਕੀ ਲੱਛਣ ਹੋਊ ਕਿ ਜਗਤ ਦਾ ਅੰਤ ਨੇੜੇ ਹੈ? ਇਸ ਸਵਾਲ ਲਈ ਯਿਸੂ ਦਾ ਜਵਾਬ ਸੀ, ਕਿਉਂਕਿ ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਤੇ ਭੁਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾ ਦਾ ਆਰੰਭ ਹੈ।
ਉਹਨਾਂ ਦਾ ਅਰਥ ਸੀ ਕਿ ਜਦੋਂ ਪਰਮੇਸ਼ਵਰ ਦੇ ਨਿਆਂ ਦਾ ਸਮੇਂ ਨੇੜੇ ਆ ਰਿਹਾ ਹੈ ਤਾਂ ਕਈ ਅਸਾਧਾਰਨ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਕਦੇ ਨਹੀਂ ਸੁਣਿਆ ਸਾਡੇ ਆਲੇ ਦੁਆਲੇ ਵਾਪਰਨਗੀਆਂ। ਅੱਜ ਕੱਲ੍ਹ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਹਨ। ਕੈਨੇਡਾ ਦੇ ਨੇੜੇ ਅਮਰੀਕਾ ਦੇ ਉੱਤਰੀ ਖੇਤਰਾਂ ਵਿੱਚ ਵੀ ਤਾਪਮਾਨ ਹਰ ਦਿਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਇਹ ਖੇਤਰ ਕੋਰੀਆ ਦੀ ਤੁਲਨਾ ਵਿੱਚ ਉੱਤਰੀ ਵਿਤਕਾਰ ਉੱਤੇ ਸਥਿਤ ਹੈ। ਭਾਵੇਂ ਇਹ ਦੇਸ਼ ਉੱਤਰ ਵਿੱਚ ਸਥਿਤ ਹੈ, ਪਰ ਹਰ ਦਿਨ 50 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਹੋਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੁੰਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਹੁਣ ਅਸੀਂ ਇੱਕ ਅਜਿਹੀ ਜਲਵਾਯੂ ਦਾ ਸਾਹਮਣਾ ਕਰ ਰਹੇ ਹਾਂ ਜਿਸ ਦਾ ਅਸੀਂ ਪਹਿਲਾਂ ਕਦੇ ਅਨੁਭਵ ਨਹੀਂ ਕੀਤਾ ਹੈ। ਕੀ ਇਹ ਸਾਰੀਆਂ ਘਟਨਾਵਾਂ ਅਚਾਨਕ ਵਾਪਰ ਰਹੀਆਂ ਹਨ? ਆਓ ਲੂਕਾ ਅਧਿਆਇ 21 ਵਚਨ 9 ਨੂੰ ਦੇਖੀਏ। ਹਰ ਵਾਰ ਅਜਿਹਾ ਕੁਝ ਹੁੰਦਾ ਹੈ ਤਦ ਲੋਕ ਪੁੱਛਦੇ ਹਨ ਕਿ ਇਹ ਨਿਆਂ ਦਾ ਦਿਨ ਜਾਂ ਕਿਆਮਤ ਦਾ ਦਿਨ ਨਹੀਂ ਹੈ, ਜਿਸ ਨੂੰ ਈਸਾਈ ਧਰਮ ਵਿੱਚ ਨਿਆਂ ਦਿਵਸ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਉਹ ਲੋਕ ਜੋ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ ਉਹ ਵੀ ਹੁਣ ਇਸ ਬਾਰੇ ਗੱਲ ਕਰ ਰਹੇ ਹਨ। ਆਓ ਲੂਕਾ ਅਧਿਆਇ 21 ਵਚਨ 9 ਦੇਖੀਏ। ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ, ਪਰ ਅੰਤ ਹੋਵੇ ਨਹੀਂ। ਤਦ ਉਸਨੇ ਉਹਨਾਂ ਨੂੰ ਕਿਹਾ, ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਵੱਡੇ ਭੂਚਾਲ ਅਰਥਾਤ ਅਕਾਲ ਅਤੇ ਮਰੀਆਂ ਪੈਣਗੀਆਂ। ਮਹਾਮਾਰੀ ਲਈ ਇੱਕ ਹੋਰ ਸ਼ਬਦ ਛੂਤ ਵਾਲੀ ਬਿਮਾਰੀ ਹੈ। ਕਰੋਨਾ ਅਤੇ ਹੈਜਾ ਵਰਗੀਆਂ ਭਿੰਨ ਪ੍ਰਕਾਰ ਦੀਆਂ ਛੂਤ ਵਾਲੀ ਬਿਮਾਰੀਆਂ ਹੁੰਦੀਆਂ ਹਨ ਅਤੇ ਵੱਡੇ ਭੂਚਾਲ ਅਰਥਾਤ ਅਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ। 2000 ਸਾਲ ਪਹਿਲਾਂ ਜਦੋਂ ਯਿਸੂ ਤੋਂ ਪੁੱਛਿਆ ਗਿਆ ਦੁਨੀਆ ਦੇ ਅੰਤ ਵਿੱਚ ਕੀ ਹੋਵੇਗਾ ਅਤੇ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ਵਰ ਦੇ ਨਿਆਂ ਦਾ ਦਿਨ ਨੇੜੇ ਹੈ, ਕਿਸ ਸੰਕੇਤ ਅਤੇ ਨਿਸ਼ਾਨ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਨਿਆਂ ਦਾ ਦਿਨ ਨੇੜੇ ਹੈ? ਯਿਸੂ ਨੇ ਮਹਾਮਾਰੀਆਂ ਬਾਰੇ ਵੀ ਜ਼ਿਕਰ ਕੀਤਾ। ਇਹ ਉਹ ਮਹਾਮਾਰੀ ਨਹੀਂ ਹੈ ਜਿਸ ਬਾਰੇ ਸਾਨੂੰ ਬੀਤੇ ਸਮੇਂ ਵਿੱਚ ਪਤਾ ਲੱਗਿਆ ਹੈ, ਕਿਉਂਕਿ ਅਸੀਂ ਕਰੋਨਾ ਵਾਇਰਸ ਤੋਂ ਅਣਜਾਣ ਸੀ ਜਿਸ ਦਾ ਅਸੀਂ ਹੁਣ ਸਾਹਮਣਾ ਕਰ ਰਹੇ ਹਾਂ। ਇਸ ਲਈ ਵੈਕਸੀਨ ਬਣਾਉਣ ਵਿੱਚ 1 ਸਾਲ ਤੋਂ ਵੱਧ ਸਮਾਂ ਲੱਗਾ, ਕਿਉਂਕਿ ਅਜਿਹੀ ਕੋਈ ਮਹਾਮਾਰੀ ਕਦੇ ਨਹੀਂ ਹੋਈ ਹੈ। ਇਸ ਲਈ ਪੂਰੀ ਦੁਨੀਆ ਇਕੱਠੇ ਹੋ ਕੇ ਵੈਕਸੀਨ ਬਣਾਉਣ ਅਤੇ ਵਾਇਰਸ ਨਾਲ ਲੜਨ ਲਈ ਵੈਕਸੀਨ ਲਗਵਾਉਣ ਵਿੱਚ ਇਕੱਠੀ ਹੋ ਗਈ ਹੈ। ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਹੋਰ ਵੈਰੀਐਂਟ ਡੈਲਟਾ ਵੈਰੀਐਂਟ ਦਿਖਾਈ ਦਿੱਤਾ ਹੈ। ਇਹ ਲਿਖਿਆ ਹੈ ਅਜਿਹੀਆਂ ਵਿਪਤਾਵਾਂ ਵੱਖੋ ਵੱਖਰੀਆਂ ਥਾਵਾਂ ਉੱਤੇ ਵਾਪਰਨਗੀਆਂ ਅਤੇ ਲੂਕਾ 21 ਵਿੱਚ ਲਿਖਿਆ ਹੈ ਕਿ ਇਹ ਇਕੱਠੇ ਸੰਸਾਰ ਦੇ ਸਾਰੇ ਲੋਕਾਂ ਉੱਤੇ ਆਉਣਗੀਆਂ। ਆਓ ਅਸੀਂ ਵਚਨ 26 ਉੱਤੇ ਜਾ ਕੇ ਜਾਰੀ ਰਹੀਏ। ਅਰ ਡਰ ਦੇ ਮਾਰੇ ਅਤੇ ਉਹਨਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ, ਲੋਕਾਂ ਦੇ ਜੀ ਡੁੱਬ ਜਾਣਗੇ, ਕਿਉਂ ਜੋ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਨੂੰ ਸਮਰਥਾ ਤੇ ਵੱਡੇ ਤੇਜ ਨਾਲ ਬੱਦਲ ਉੱਤੇ ਆਉਂਦਿਆਂ ਵੇਖਣਗੇ। ਜਾਂ ਇਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹ ਵੇਖੋ ਅਤੇ ਆਪਣੇ ਸਿਰ ਚੁੱਕੋ, ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ। ਜਦ ਕਿ ਦੁਨੀਆ ਨਿਆਂ ਦੇ ਦਿਨ ਦੇ ਨੇੜੇ ਆ ਰਹੀ ਹੈ, ਜੋ ਲੋਕ ਪਰਮੇਸ਼ਵਰ ਦੀ ਸੱਚਾਈ ਦਾ ਪਾਲਨ ਕਰਦੇ ਹਨ ਉਹ ਨਿਸਤਾਰੇ ਦੇ ਦਿਨ ਦੇ ਨੇੜੇ ਆ ਰਹੇ ਹਨ। ਆਓ ਵਚਨ 34 ਦੇਖੀਏ। ਖਬਰਦਾਰ ਰਹੋ, ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਗੂ ਤੁਹਾਡੇ ਉੱਤੇ ਅਚਾਨਕ ਆ ਪਵੇ, ਕਿਉਂ ਜੋ ਉਹ ਸਾਰੀ ਧਰਤੀ ਦੀਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਕਿ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਕਰੋਨਾ ਵਾਇਰਸ ਮਹਾਮਾਰੀ ਜਿਸ ਵਿੱਚ ਪੂਰੀ ਦੁਨੀਆ ਚੁਣੌਤੀ ਮਹਿਸੂਸ ਕਰ ਰਹੀ ਹੈ ਅਤੇ ਸਾਰੇ ਇਕੱਠੇ ਦੁੱਖ ਚੱਲ ਰਹੇ ਹਨ, ਇੱਕ ਅਜਿਹੀ ਘਟਨਾ ਹੈ ਜੋ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਲਈ ਇੱਕੋ ਸਮੇਂ ਵਾਪਰ ਰਹੀ ਹੈ, ਜੋ ਉਹ ਸਾਰੀ ਧਰਤੀ ਦੀਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਵਚਨ 36 ਤਦ ਸਾਨੂੰ ਕੀ ਕਰਨਾ ਚਾਹੀਦਾ ਹੈ? ਪਰ ਬੇਨਤੀ ਕਰਦੇ ਆ ਹਰ ਵੇਲੇ ਜਾਗਦੇ ਰਹੋ, ਭਈ ਤੁਸੀਂ ਉਹਨਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਕਿ ਸਾਨੂੰ ਇਸ ਘਟਨਾ ਨੂੰ ਸਿਰਫ ਡਾਕਟਰੀ ਪੇਸ਼ੇਵਰਾਂ ਵਿਚਕਾਰ ਚਰਚਾ ਲਈ ਇੱਕ ਬਿਮਾਰੀ ਦੇ ਰੂਪ ਵਿੱਚ ਦੇਖਣਾ ਹੈ,
ਜਾਂ ਕੀ ਸਾਨੂੰ ਇਸ ਨੂੰ ਭਵਿੱਖਬਾਣੀ ਦੀ ਪੂਰਤੀ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ? 되고 있는 것인가? ਜੇਕਰ ਪਰਮੇਸ਼ਵਰ ਨੇ ਜੋ ਕਿਹਾ ਉਹ ਪੂਰਾ ਹੋ ਰਿਹਾ ਹੈ ਤਾਂ ਇਸ ਦਾ ਅਰਥ ਹੈ ਕਿ ਪਰਮੇਸ਼ਵਰ ਦੇ ਨਿਸਤਾਰੇ ਦਾ ਦਿਨ ਨੇੜੇ ਆ ਰਿਹਾ ਹੈ। ਕੀ ਅਸੀਂ ਸਪਸ਼ਟ ਰੂਪ ਨਾਲ ਨਹੀਂ ਦੇਖ ਸਕਦੇ ਕਿ ਨਿਆਂ ਦਾ ਦਿਨ ਨੇੜੇ ਆ ਰਿਹਾ ਹੈ? ਆਓ ਹੁਣ ਅਸੀਂ ਯਸ਼ਾਇਆ 46 ਨੂੰ ਦੇਖੀਏ। 우리 한번 열어보도록 합시다. ਵਚਨ 10, 10절의 말씀 보시면 ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ। 하지 아니한 일을 ਮੈਂ ਆਖਦਾ ਹਾਂ ਮੇਰੀ ਸਲਾਹ ਕਾਇਮ ਰਹੇਗੀ 모략이 있을 것이니 ਅਤੇ ਮੈਂ ਆਪਣੀ ਸਾਰੀ ਇੱਛਾ ਨੂੰ ਪੂਰੀ ਕਰਾਂਗਾ। 이루리라. ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ 땅에서 독수리를 부르며 ਆਪਣੀ ਸਲਾਹ ਦੇ ਮਨੁੱਖ ਨੂੰ ਦੂਰ ਦੇਸ਼ ਤੋਂ ਸੱਦਦਾ ਹਾਂ। 모략을 이룰 사람을 부를 것이니 ਹਾਂ ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, 신적 정령 이룰 것이요 ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ। 정령 행하리라 하고 했습니다. ਪਰਮੇਸ਼ਵਰ ਸਾਨੂੰ ਜਾਣਨ ਦਿੰਦੇ ਹਨ ਕਿ ਪਰਮੇਸ਼ਵਰ ਨੇ ਜੋ ਕਿਹਾ ਹੈ ਉਹ ਜ਼ਰੂਰ ਹੀ ਪੂਰਾ ਹੋਵੇਗਾ ਅਤੇ ਪਰਮੇਸ਼ਵਰ ਨੇ ਜੋ ਵਿਚਾਰ ਬੰਨਿਆ ਹੈ ਉਹ ਯਕੀਨਨ ਉਸ ਨੂੰ ਸਫਲ ਵੀ ਕਰਨਗੇ। ਕੀ ਇਹ 2000 ਸਾਲ ਪਹਿਲਾਂ ਹੀ ਪਰਮੇਸ਼ਵਰ ਨੇ ਸਾਨੂੰ ਨਹੀਂ ਦੱਸਿਆ ਸੀ? ਹਰ ਜਗ੍ਹਾ ਕਾਲ, ਭੁਚਾਲ ਅਤੇ ਮਹਾਮਾਰੀਆਂ ਹੋਣਗੀਆਂ। 온역이 있을 것이다. ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਪਹਿਲਾਂ ਹੀ ਦੱਸ ਦਿੱਤਾ ਇਹ ਸਾਰੀ ਧਰਤੀ ਉੱਤੇ ਰਹਿਣ ਵਾਲਿਆਂ ਉੱਪਰ ਆਉਣਗੀਆਂ। ਅਜਿਹੀ ਚੀਜ਼ਾਂ ਕਦੋਂ ਅਤੇ ਕਿਸ ਬਿੰਦੂ ਉੱਤੇ ਹੋਣਗੀਆਂ? 어떤 일들이 벌 ਲਿਖਿਆ ਹੈ ਕਿ ਜਦੋਂ ਨਿਸਤਾਰੇ ਦਾ ਦਿਨ ਨੇੜੇ ਹੋਵੇਗਾ ਤਾਂ ਪਰਮੇਸ਼ਵਰ ਸਾਨੂੰ ਇੱਕ ਸੰਕੇਤ ਭੇਜਣਗੇ। ਕੁਝ ਲੋਕ ਕਹਿ ਸਕਦੇ ਹਨ ਕਿ ਪਹਿਲਾਂ ਵੀ ਵਿਪਤਾਵਾਂ ਅਤੇ ਭੁਚਾਲ ਨਹੀਂ ਆਉਂਦੇ ਸੀ। 에스겔 ਹਿਜਕੇਲ 7 ਵਿੱਚ ਪਰਮੇਸ਼ਵਰ ਨੇ ਉੱਤਰ ਦਿੱਤਾ। 번도 ਪਰਮੇਸ਼ਵਰ ਸਾਨੂੰ ਇਸ ਤੱਥ ਪ੍ਰਤੀ ਜਾਗਰੂਕ ਕਰਦੇ ਹਨ ਕਿ ਅਸਧਾਰਨ ਚੀਜ਼ਾਂ ਅਣਸੁਣੀ ਤੀਬਰਤਾ ਨਾਲ ਵਾਪਰਨਗੀਆਂ। 일깨워주고 계십니다. ਜਿਵੇਂ ਕਿ ਮਾਤਾ ਜੀ ਨੇ ਸਾਨੂੰ ਆਪਣੀ ਪ੍ਰਾਰਥਨਾ ਦੁਆਰਾ ਆਸ਼ੀਸ਼ ਦੇ ਆਪਣੇ ਵਚਨ ਦਿੱਤੇ। 지혜로운 ਸਾਨੂੰ 10 ਕੁਆਰੀਆਂ ਦੇ ਦ੍ਰਿਸ਼ਟਾਂਤ ਤੋਂ 5 ਬੁੱਧੀਮਾਨ ਕੁਆਰੀਆਂ ਦੇ ਵਿਸ਼ਵਾਸ ਨੂੰ ਪ੍ਰਾਪਤ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਹਾਲਾਂਕਿ ਦੁਨੀਆ ਇਹਨਾਂ ਸਾਰੀਆਂ ਘਟਨਾਵਾਂ ਨੂੰ 보지만 ਇੱਕ ਡਾਕਟਰੀ ਦ੍ਰਿਸ਼ਟੀਕੋਣ ਨਾਲ ਦੇਖਦੀਆਂ ਹਨ 예언적인 견지에서 ਕਿ ਸਾਨੂੰ ਇਸ ਯੁੱਗ ਦੀਆਂ ਘਟਨਾਵਾਂ ਨੂੰ 볼 줄 아는 ਭਵਿੱਖਬਾਣੀ ਦੇ ਦ੍ਰਿਸ਼ਟੀਕੋਣ ਨਾਲ ਨਹੀਂ ਦੇਖਣਾ ਚਾਹੀਦਾ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ ਕਿ ਉਹ ਆਦ ਤੋਂ ਅੰਤ ਦੇਖਦੇ ਹਨ ਅਤੇ ਸੰਸਾਰ ਉੱਤੇ ਰਾਜ ਕਰਦੇ ਹਨ। ਆਓ ਦੂਸਰਾ ਪਤਰਸ ਅਧਿਆਇ 3 ਵਚਨ 10 ਨੂੰ ਦੇਖੀਏ 베드로후서 ਕਿ ਨਿਆਂ ਦੇ ਅੰਤ ਵਿੱਚ ਕੀ ਹੁੰਦਾ ਹੈ। 함께 보겠습니다. ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ। 큰 소리로 떠나가고 ਜੋ ਲੋਕ ਵਿਸ਼ਵਾਸ ਕਰਦੇ ਹਨ ਉਹ ਸਮਝਣਗੇ ਕਿ ਨਿਆਂ ਦਾ ਦਿਨ ਜਲਦੀ ਹੀ ਆ ਰਿਹਾ ਹੈ। ਹਾਲਾਂਕਿ ਜੋ ਲੋਕ ਵਿਸ਼ਵਾਸ ਨਹੀਂ ਕਰਦੇ ਉਹ ਸਿਰਫ ਸੋਚਦੇ ਹਨ ਇਹ ਇੱਕ ਸਧਾਰਨ ਸਥਿਤੀ ਹੈ ਜੋ ਜਲਦੀ ਹੀ ਲੰਘ ਜਾਵੇਗੀ ਅਤੇ ਕਿਉਂਕਿ ਡਾਕਟਰੀ ਵਿਗਿਆਨ ਬਹੁਤ ਅੱਗੇ ਵੱਧ ਗਿਆ ਹੈ ਇਹ ਜਲਦੀ ਹੀ ਇਸ ਬਿਮਾਰੀ ਨੂੰ ਠੀਕ ਕਰਨ ਵਿੱਚ ਸਫਲ ਹੋ ਜਾਵੇਗਾ। ਜੋ ਲੋਕ ਸੋਚਦੇ ਹਨ ਕਿ ਸਭ ਕੁਝ ਹਮੇਸ਼ਾ ਦੀ ਤਰ੍ਹਾਂ ਹੋਇਆ ਹੈ ਉਹਨਾਂ ਲਈ ਇਹ ਦਿਨ ਚੋਰ ਵਾਂਗੂ ਆ ਜਾਵੇਗਾ ਅਤੇ ਉਹ ਇਸ ਤੋਂ ਬਚ ਨਹੀਂ ਸਕਣਗੇ। 상황이 되겠습니다. ਆਓ ਇੱਕ ਵਾਰ ਫਿਰ ਤੋਂ ਵਚਨ 10 ਦੇਖੀਏ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ 체질이 뜨거운 불에 ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨੇ ਕਾਰਾਗਰੀਆਂ ਸਣੇ ਜੋ ਉਸ ਵਿੱਚ ਚੰਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤਾਂ ਇਹੋ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਤੇ ਲੋਚਦੇ ਰਹੋ 간절히 사모하라. ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੰਗਰ ਜਾਣਗੀਆਂ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਇਸ ਲਈ ਹੇ ਪਿਆਰਿਓ ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ 주 앞에서 어떻게 ਸਾਨੂੰ ਕੀ ਕਰਨਾ ਚਾਹੀਦਾ ਹੈ? 점도 ਤਾਂ ਯਤਨ ਕਰੋ 흠도 없이 평강 ਭਈ ਤੁਸੀਂ ਸ਼ਾਂਤੀ ਨਾਲ ਉਹਦੇ ਅੱਗੇ ਨਿਰਮਲ ਅਤੇ ਨਿਕਲੰਕ ਠਹਿਰੋ। ਜਿੰਨਾ ਜ਼ਿਆਦਾ ਅਸੀਂ ਬਾਈਬਲ ਵਿੱਚ ਇਹਨਾਂ ਭਵਿੱਖਬਾਣੀਆਂ ਨੂੰ ਮਹਿਸੂਸ ਕਰਦੇ ਹਾਂ 부분들이 눈에 보이면 ਓਨਾ ਹੀ ਸਾਨੂੰ ਜਾਗਣਾ ਤੇ ਸੋਚਣਾ ਚਾਹੀਦਾ ਹੈ 우리가 과연 ਕਿ ਮੈਂ ਆਪਣਾ ਹਰ ਦਿਨ ਦਾ ਜੀਵਨ ਈਸ਼ਵਰੀ ਅਤੇ ਯਤਨ ਕਰਦੇ ਹੋਏ ਪਰਮੇਸ਼ਵਰ ਪ੍ਰਤੀ ਇੱਕ ਇਮਾਨਦਾਰ ਵਿਸ਼ਵਾਸ ਅਤੇ 오늘의 하루를 ਸਵਰਗ ਦੀ ਪੱਕੀ ਆਸ ਨਾਲ ਜੀ ਰਿਹਾ ਹਾਂ। ਮੈਂ ਅੱਜ ਕਿਸ ਉਦੇਸ਼ ਨਾਲ ਜੀ ਰਿਹਾ ਹਾਂ? 이 시간을 달려가고 있는가? ਪਰਮੇਸ਼ਵਰ ਨੇ ਉਹਨਾਂ ਹਿੱਸਿਆਂ ਉੱਤੇ ਵੀ ਜ਼ੋਰ ਦਿੱਤਾ ਜਿੱਥੇ ਸਾਨੂੰ ਆਪਣੀ ਪੂਰੀ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਯਤਨ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹਨਾਂ ਸਾਹਮਣੇ ਨਿਰਮਲ ਅਤੇ ਨਿਕਲੰਕ ਠਹਿਰੋ। ਇਹ ਠੀਕ ਉਸ ਤਰ੍ਹਾਂ ਹੀ ਹੈ ਜਦੋਂ ਯਿਸੂ ਨੇ ਕਿਹਾ ਸੀ 이런 어떤 일들을 보거든 ਜਦੋਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖੋ ਤਾਂ ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ। ਦੋਨਾਂ ਦੀ ਵੱਖੋ ਵੱਖਰੇ ਸ਼ਬਦਾਂ ਨਾਲ ਵਰਤੋਂ ਕਰਕੇ ਵਿਆਖਿਆ ਕੀਤੀ ਗਈ ਹੈ ਪਰ ਦੋਨਾਂ ਦਾ ਇੱਕੋ ਅਰਥ ਹੁੰਦਾ ਹੈ। ਕੁਝ ਲੋਕ ਸੋਚ ਸਕਦੇ ਹਨ
접종을 ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਗਵਾਈ ਹੈ, ਇਸ ਲਈ ਹੁਣ ਤੋਂ ਇਹ ਬਿਹਤਰ ਹੋ ਜਾਵੇਗਾ। 생각했던 사람 ਫਿਰ ਵੀ ਜਿਨ੍ਹਾਂ ਲੋਕਾਂ ਨੇ ਸੋਚਿਆ ਕਿ ਇਹ ਬਿਹਤਰ ਹੋਵੇਗਾ, ਉਹ ਵਾਇਰਸ ਨਾਲ ਸੰਕਰਮਿਤ ਹੋ ਗਏ। ਬੇਸ਼ੱਕ ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਪਹਿਲਾਂ ਕਿ ਅਸੀਂ ਵੈਕਸੀਨ ਬਾਰੇ ਸੋਚੀਏ, 접종에 앞서서 ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਇਸ ਬਾਰੇ ਸੋਚੀਏ ਕਿ ਇਸ ਤਰ੍ਹਾਂ ਦੀ ਘਟਨਾ ਕਿਉਂ ਹੋਈ ਹੈ ਜੋ ਹੁਣ ਪੂਰੀ ਦੁਨੀਆ ਉੱਤੇ ਹਾਵੀ ਹੈ। 생각해 봐야 돼. ਕਿ ਸਾਨੂੰ ਇਹਨਾਂ ਸਥਿਤੀਆਂ ਦੀ ਜਾਂਚ ਡਾਕਟਰੀ ਦ੍ਰਿਸ਼ਟੀਕੋਣ ਨਾਲ ਕਰਨੀ ਚਾਹੀਦੀ ਹੈ ਜਾਂ ਭਵਿੱਖਬਾਣੀ ਦੇ ਦ੍ਰਿਸ਼ਟੀਕੋਣ ਨਾਲ ਕਰਨੀ ਚਾਹੀਦੀ ਹੈ। ਜੋ ਲੋਕ ਸਿਰਫ ਡਾਕਟਰੀ ਦ੍ਰਿਸ਼ਟੀਕੋਣ ਨਾਲ ਚੀਜ਼ਾਂ ਦਾ ਵਿਸ਼ਲੇਸ਼ਣ ਕਰਦੇ ਹਨ, ਉਹ ਭਵਿੱਖਬਾਣੀ ਦੇ ਦ੍ਰਿਸ਼ਟੀਕੋਣ ਦਾ ਮਖੌਲ ਉਡਾ ਸਕਦੇ ਹਨ। 또 있습니다. ਹਾਲਾਂਕਿ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਭਰੋਸਾ ਕਰਦੇ ਹਾਂ। ਇਹ ਪਰਮੇਸ਼ਰ ਦੁਆਰਾ ਕਹੀਆਂ ਗਈਆਂ ਭਵਿੱਖਬਾਣੀਆਂ ਹਨ। ਇਹ ਵਚਨ ਸਾਨੂੰ ਪਰਮੇਸ਼ਰ ਦੁਆਰਾ ਦਿੱਤੇ ਗਏ ਹਨ ਜੋ ਆਦਿ ਤੋਂ ਅੰਤ ਨੂੰ ਜਾਣਦੇ ਹਨ। 허락해 놓으신 말씀입니다. ਪਰਮੇਸ਼ਰ ਨੇ ਕਿਹਾ, 급기야는 ਅੰਤ ਵਿੱਚ ਇਹ ਧਰਤੀ ਪਰਮੇਸ਼ਰ ਦੇ ਅੰਤਿਮ ਨਿਆਂ ਦੇ ਦਿਨ ਦਾ ਸਾਹਮਣਾ ਕਰੇਗੀ ਅਤੇ ਅੱਗ ਨਾਲ ਨਸ਼ਟ ਹੋ ਜਾਵੇਗੀ। ਸਾਨੂੰ ਪਰਮੇਸ਼ਰ ਦੇ ਵਚਨਾਂ ਵਿੱਚ ਰਹਿਣਾ ਚਾਹੀਦਾ ਅਤੇ ਉਹਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੋ ਬਾਈਬਲ ਵਿੱਚ ਲਿਖੇ ਗਏ ਹਨ। ਆਓ ਅਸੀਂ ਉਹ ਬਣੀਏ ਜੋ ਭਵਿੱਖਬਾਣੀ ਦੇ ਨਜ਼ਰੀਏ ਨਾਲ ਸਭ ਕੁਝ ਦੇਖਦੇ ਹਨ, ਕਿਉਂਕਿ ਪਰਮੇਸ਼ਰ ਆਦਿ ਤੋਂ ਅੰਤ ਨੂੰ ਦੇਖਦੇ ਹਨ ਅਤੇ ਭਵਿੱਖਬਾਣੀ ਕਰਦੇ ਹਨ ਕਿ ਇਹ ਧਰਤੀ ਸਾਡੇ ਜਾਣ ਲਈ ਰੱਖੀ ਗਈ ਹੈ। ਤਾਂ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਇਸ ਧਰਤੀ ਦਾ ਨਿਆਂ ਯਕੀਨਨ ਰੂਪ ਤੋਂ ਅੱਗ ਨਾਲ ਕੀਤਾ ਜਾਵੇਗਾ। 하나님 ਪਰਮੇਸ਼ਰ ਇਹ ਸਭ ਪੂਰਾ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨਗੇ। ਕਿ ਇਹ ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਵਿੱਚ ਦਰਜ ਨਹੀਂ ਹੈ 우리 요한계시 ਕਿ ਸੂਰਜ ਨੂੰ ਮਨੁੱਖਾਂ ਨੂੰ ਅੱਗ ਨਾਲ ਸਾੜਨ ਦਾ 를 받아서 ਅਧਿਕਾਰ ਵੀ ਦਿੱਤਾ ਗਿਆ। 태우더라 하는 그런 어떤 기록의 말씀도 있지 않습니까? ਬਾਈਬਲ ਵਿੱਚ ਜੋ ਕੁਝ ਵੀ ਲਿਖਿਆ ਗਿਆ ਹੈ ਉਹ ਆਪਣੇ ਸਮੇਂ ਅਨੁਸਾਰ 현실에 지금 ਮਨੁੱਖਾਂ ਸਾਹਮਣੇ ਸਹੀ ਢੰਗ ਨਾਲ ਪੂਰਾ ਹੋਇਆ ਹੈ, ਕਿਉਂਕਿ ਪਰਮੇਸ਼ਵਰ ਸਾਨੂੰ ਇਹਨਾਂ ਭਵਿੱਖਬਾਣੀਆਂ ਦੁਆਰਾ ਜਗਾ ਰਹੇ ਹਨ। ਸਾਨੂੰ ਉਹਨਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ ਜੋ ਜਾਗਰੂਕ ਨਹੀਂ ਹਨ ਅਤੇ ਨਿਆਂ ਦੇ ਦਿਨ ਦੀ ਤਿਆਰੀ ਨਹੀਂ ਕਰਦੇ। ਸਾਨੂੰ ਉਹਨਾਂ ਲੋਕਾਂ ਵਾਂਗ ਕਦੇ ਨਹੀਂ ਹੋਣਾ ਚਾਹੀਦਾ ਜੋ ਭਵਿੱਖਬਾਣੀ ਉੱਤੇ ਵਿਸ਼ਵਾਸ ਨਹੀਂ ਕਰਦੇ। ਹੁਣ ਜਦ ਕਿ ਸਵਰਗ ਦਾ ਰਾਜ ਬਹੁਤ ਨੇੜੇ ਹੈ, 눈앞에 가까이 ਆਓ ਅਸੀਂ ਹੋਰ ਵੀ ਸੁਚੇਤ ਰਹੀਏ 더욱더 정신을 차리고 깨어서 ਤਾਂ ਜੋ ਅਸੀਂ ਆਪਣੇ ਵਿਸ਼ਵਾਸ ਦਾ ਨਿਰਮਾਣ ਕਰ ਸਕੀਏ। 점도 없는 ਆਓ ਲਗਾਤਾਰ ਪ੍ਰਾਰਥਨਾ ਵੀ ਕਰਦੇ ਰਹੀਏ 수 있도록 ਤਾਂ ਜੋ ਅਸੀਂ ਨਿਰਮਲ ਅਤੇ ਨਿਕਲੰਕ ਬਣੀਏ, 아버지 ਜੋ ਕਿਰਪਾਪੂਰਨ ਪਿਤਾ ਜੀ ਅਤੇ ਮਾਤਾ ਜੀ ਦੇ ਵਚਨਾਂ ਦਾ ਪਾਲਨ ਕਰਦੇ ਹਨ। 되도록 합시다. ਆਓ ਅਸੀਂ ਉਪਦੇਸ਼ਕ ਦੀ ਪੋਥੀ ਅਧਿਆਇ 3 ਵਿੱਚ ਜਾ ਕੇ ਪਰਮੇਸ਼ਵਰ ਦੇ ਨਿਆਂ ਸੰਬੰਧਿਤ ਇੱਕ ਹੋਰ ਵਚਨ ਦੇਖੀਏ। ਆਓ ਵਚਨ 17 ਦੇਖੀਏ। ਤਦ ਮੈਂ ਆਪਣੇ ਮਨ ਵਿੱਚ ਆਖਿਆ, ਭਾਈ ਪਰਮੇਸ਼ਵਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਂ ਕਰੇਗਾ, ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ। 하였더라고 했습니다. ਇਹ ਸਪਸ਼ਟ ਰੂਪ ਨਾਲ ਕਹਿੰਦਾ ਹੈ ਪਰਮੇਸ਼ਵਰ ਧਰਮੀਆਂ ਅਤੇ ਦੁਸ਼ਟਾਂ ਦੋਨਾਂ ਦਾ ਨਿਆਂ ਕਰੇਗਾ, 이는 ਕਿਉਂਕਿ ਉਸ ਦੇ ਇੱਥੇ ਇੱਕ ਇੱਕ ਗੱਲ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ। ਭਰਾਵੋ ਅਤੇ ਭੈਣੋ, ਕਿ ਤੁਸੀਂ ਉਹਨਾਂ ਪੁਰਾਣੇ ਦਿਨਾਂ ਨੂੰ ਯਾਦ ਨਹੀਂ ਕਰਦੇ ਜਦੋਂ ਅਸੀਂ ਆਜ਼ਾਦੀ ਨਾਲ ਪ੍ਰਚਾਰ ਕਰਨ ਦੇ ਯੋਗ ਸੀ? ਕਿ ਤੁਸੀਂ ਉਸ ਸਮੇਂ ਨੂੰ ਯਾਦ ਨਹੀਂ ਕਰਦੇ ਜਦੋਂ ਸਾਡੇ ਸਿਯੋਨ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੁੰਦੇ ਸੀ ਅਤੇ ਪਰਮੇਸ਼ਵਰ ਦੇ ਵਚਨਾਂ ਦਾ ਇਕੱਠੇ ਅਧਿਐਨ ਕਰਦੇ ਸੀ? ਹਰ ਗੱਲ ਦਾ ਇੱਕ ਸਮਾਂ ਹੁੰਦਾ ਹੈ। 때가 있습니다. ਇੱਕ ਵਾਰ ਇੱਕ ਸਮਾਂ ਲੰਘਣ ਤੋਂ ਬਾਅਦ ਪਿੱਛੇ ਜਾਣ ਦਾ ਕੋਈ ਮੋੜ ਨਹੀਂ ਹੁੰਦਾ। ਕੁਝ ਲੋਕ ਸੋਚਣਗੇ, ਮੈਨੂੰ ਹੋਰ ਮਿਹਨਤ ਕਰਨੀ ਚਾਹੀਦੀ ਸੀ। ਕੀ ਹੋਵੇਗਾ ਜੇਕਰ ਇਹ ਮਹਾਮਾਰੀ ਕਦੇ ਖਤਮ ਨਾ ਹੋਵੇ ਅਤੇ ਅਸੀਂ ਦੁਬਾਰਾ ਨਾ ਮਿਲ ਸਕੀਏ ਅਤੇ ਉਸ ਤੋਂ ਬਾਅਦ ਅੰਤ ਆ ਜਾਵੇ? ਫਿਰ ਉਹ ਸਮਾਂ ਜਦੋਂ ਅਸੀਂ ਪੂਰੀ ਤਰ੍ਹਾਂ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ, 시간이 ਸਾਡੇ ਜੀਵਨ ਵਿੱਚ ਇੱਕ ਉਦਾਸ ਅਤੇ ਅਫਸੋਸਨਾਕ ਪਲ ਬਣ ਕੇ ਰਹਿ ਜਾਵੇਗਾ। ਸਾਰੇ ਵਿਸ਼ਵ ਵਿਆਪੀ ਮੁੱਦਿਆਂ ਉੱਤੇ ਧਿਆਨ ਦਿੰਦੇ ਹੋਏ ਜੋ ਸਾਡੇ ਸਾਹਮਣੇ ਆ ਰਹੇ ਹਨ, 이제 멀지 ਅਸੀਂ ਯਕੀਨਨ ਰੂਪ ਨਾਲ ਉਸ ਦਿਨ ਨੂੰ ਮਹਿਸੂਸ ਕਰ ਸਕਦੇ ਹਾਂ 주변의 모든 ਜਦੋਂ ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਨਾਂ ਦਾ ਨਿਆਂ ਕਰਨਗੇ। 느껴볼 수 있습니다. ਆਓ ਉਪਦੇਸ਼ਕ ਦੀ ਪੋਥੀ ਅਧਿਆਇ 12 ਵਚਨ 13 ਨਾਲ ਜਾਰੀ ਰਹੀਏ। ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ। ਪਰਮੇਸ਼ਵਰ ਕੋਲੋਂ ਡਰ ਅਤੇ ਉਹਦੀਆਂ ਆਗਿਆਂ ਨੂੰ ਮੰਨ, ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ਵਰ ਤਾਂ ਇੱਕ ਇੱਕ ਕੰਮ ਦਾ ਨਿਆਂ ਕਰੇਗਾ। ਇੱਥੇ ਇੱਕ ਇੱਕ ਕੰਮ ਦਾ ਸਾਡੇ ਮਨ ਵਿੱਚ ਜੋ ਕੁਝ ਵੀ ਆਇਆ, ਅਸੀਂ ਜੋ ਕੁਝ ਵੀ ਕਰਨ ਦਾ ਫੈਸਲਾ ਲਿਆ, ਅਸੀਂ ਕਿਵੇਂ ਦੀ ਪ੍ਰਕਿਰਿਆ ਦਿੱਤੀ ਅਤੇ ਸਾਡੇ ਮੂੰਹੋਂ ਨਿਕਲੇ ਸਾਰੇ ਸ਼ਬਦਾਂ ਨੂੰ ਸੰਕੇਤ ਕਰਦਾ ਹੈ। ਕਿਉਂਕਿ ਪਰਮੇਸ਼ਵਰ ਸਾਰੀਆਂ ਕੰਮਾਂ, ਉਹਨਾਂ ਗੱਲਾਂ ਨੂੰ ਵੀ ਜਿਨ੍ਹਾਂ ਨੂੰ ਅਸੀਂ ਗੁਪਤ ਰੱਖਣਾ ਚਾਹੁੰਦੇ ਹਾਂ, 쳐놓고 ਉਹ ਵੀ ਪਰਮੇਸ਼ਵਰ ਕੀ ਕਰਨਗੇ? ਉਹ ਉਹਨਾਂ ਸਾਰੀਆਂ ਗੱਲਾਂ ਦਾ ਨਿਆਂ ਕਰਨਗੇ 한다고요. ਅਤੇ ਸਾਰੀਆਂ ਗੁਪਤ ਗੱਲਾਂ ਦਾ, ਭਾਵੇਂ ਉਹ ਚੰਗੀ ਹੋਵੇ ਜਾਂ ਮਾੜੀ, ਨਿਆਂ ਕਰਨਗੇ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਇਹ ਠੀਕ ਹੈ ਕਿਉਂਕਿ ਕੋਈ ਨਹੀਂ ਜਾਣਦਾ। ਇਸ ਦੇ ਬਜਾਏ ਸਾਨੂੰ ਪਰਮੇਸ਼ਵਰ ਦੁਆਰਾ ਯੋਗ ਠਹਿਰਾਏ ਗਏ ਵਿਸ਼ਵਾਸ ਦੇ ਰਾਹ ਉੱਤੇ ਸਹੀ ਢੰਗ ਨਾਲ ਚੱਲਣਾ ਚਾਹੀਦਾ ਹੈ। 가 되어야 되겠습니다. ਆਓ ਅਸੀਂ ਉਪਦੇਸ਼ਕ ਦੀ ਪੋਥੀ ਅਧਿਆਇ 11 ਵਚਨ 9 ਉੱਤੇ ਜਾਈਏ।
ਹੇ ਜਵਾਨ, ਤੂੰ ਆਪਣੀ ਜਵਾਨੀ ਵਿੱਚ ਮौज ਕਰ ਅਤੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ ਅਤੇ ਆਪਣੇ ਮਨ ਦੀਆਂ ਰਾਹਾਂ ਉੱਤੇ ਅਤੇ ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ। 행하라. 그러나 ਪਰ ਤੂੰ ਜਾਣ ਲੈ, ਜੋ ਇਹਨਾਂ ਸਾਰੀਆਂ ਗੱਲਾਂ ਦੇ ਲਈ 너를 ਪਰਮੇਸ਼ਵਰ ਤੇਰਾ ਨਿਆਂ ਕਰੇਗਾ। 시켰습니다. ਇੱਥੇ ਪਰਮੇਸ਼ਵਰ ਕਹਿੰਦੇ ਹਨ, ਹੇ ਜਵਾਨ, ਤੂੰ ਆਪਣੀ ਜਵਾਨੀ ਵਿੱਚ ਮौज ਕਰ ਅਤੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ ਅਤੇ ਆਪਣੇ ਮਨ ਦੀਆਂ ਰਾਹਾਂ ਵਿੱਚ ਅਤੇ ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ। ਇਸ ਦਾ ਅਰਥ ਹੈ ਕਿ ਉਹ ਕੁਝ ਵੀ ਕਰਨ ਲਈ ਆਜ਼ਾਦ ਹੈ, 후에 ਪਰ ਤੂੰ ਜਾਣ ਲੈ, ਜੋ ਇਹਨਾਂ ਸਾਰੀਆਂ ਗੱਲਾਂ ਦੇ ਵਿਸ਼ੇ ਪਰਮੇਸ਼ਵਰ ਤੇਰਾ ਨਿਆਂ ਕਰੇਗਾ। 돌아하고 있습니다. ਇਹ ਠੀਕ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਪਰਮੇਸ਼ਵਰ ਨੇ ਕਿਹਾ ਸੀ। ਹਰੇਕ ਵਿਅਕਤੀ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ। ਅਸੀਂ ਬਿਨਾਂ ਕਿਸੇ ਉਦੇਸ਼ ਜਾਂ ਅਰਥ ਦੇ ਧਰਤੀ ਉੱਤੇ ਪੈਦਾ ਨਹੀਂ ਹੋਏ। ਅਸੀਂ ਜੋ ਪਾਪ ਸਵਰਗ ਵਿੱਚ ਕੀਤੇ ਹਨ ਉਹ ਸਾਡੇ ਅਤੀਤ ਵਿੱਚ ਦਰਜ ਹਨ, ਇਸ ਲਈ ਸਾਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ। ਫਿਰ ਇਸ ਧਰਤੀ ਉੱਤੇ ਰਹਿੰਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ਵਰ ਸਾਡੇ ਪਾਪਾਂ ਦਾ ਪ੍ਰਾਇਚਿਤ ਕਰਨ ਵਾਲਾ ਬਲੀਦਾਨ ਬਣ ਗਏ ਹਨ ਅਤੇ ਉਹਨਾਂ ਨੇ ਸਾਡੇ ਲਈ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਦਾ ਸ਼ਾਨਦਾਰ ਰਾਹ ਖੋਲ੍ਹ ਦਿੱਤਾ ਹੈ। ਫਿਰ ਕਿ ਸਾਨੂੰ ਸਵਰਗ ਦੀ ਕੋਈ ਆਸ ਨਾ ਰੱਖਦੇ ਹੋਏ ਅਤੇ ਪਰਮੇਸ਼ਵਰ ਦੀਆਂ ਭਵਿੱਖਬਾਣੀਆਂ ਨੂੰ ਜਾਣੇ ਬਿਨਾਂ ਇਸ ਦੁਨੀਆ ਦੇ ਲੋਕਾਂ ਵਾਂਗ ਹੀ ਜੀਵਨ ਜਿਉਣਾ ਚਾਹੀਦਾ ਹੈ, 같이 흘러갈 것인가? ਜਾਂ ਕਿਉਂਕਿ ਅਸੀਂ ਜਾਣਦੇ ਹਾਂ 우리의 ਕਿ ਅਸੀਂ ਧਰਤੀ ਉੱਤੇ ਕਿਉਂ ਰਹਿ ਰਹੇ ਹਾਂ 이유를 알고 있기 때문에 ਕਿ ਸਾਨੂੰ ਤੋਬਾ ਕਰਨ ਵਾਲਾ ਜੀਵਨ ਨਹੀਂ ਜਿਉਣਾ ਚਾਹੀਦਾ, ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਨਾ ਨਹੀਂ ਚਾਹੀਦਾ ਅਤੇ ਉਸ ਰਾਹ ਉੱਤੇ ਸਹੀ ਢੰਗ ਨਾਲ ਨਹੀਂ ਤੁਰਨਾ ਚਾਹੀਦਾ ਜੋ ਸਾਨੂੰ ਸਵਰਗ ਵੱਲ ਲੈ ਜਾਂਦਾ ਹੈ। ਇਸ ਦੁਨੀਆ ਦੇ ਲੋਕਾਂ ਲਈ ਸਵਰਗ ਦਾ ਰਾਜ ਉਹਨਾਂ ਦੇ ਜੀਵਨ ਕਾਲ ਦਾ ਅੰਤਿਮ ਉਦੇਸ਼ ਨਹੀਂ ਹੈ। ਇਸ ਲਈ ਜਿਵੇਂ ਜਿਵੇਂ ਉਹਨਾਂ ਦਾ ਇਸ ਦੁਨੀਆ ਨੂੰ ਛੱਡਣ ਦਾ ਸਮਾਂ ਨੇੜੇ ਆਉਂਦਾ ਹੈ, ਉਹ ਹੋਰ ਜ਼ਿਆਦਾ ਉਲਝਣ ਵਿੱਚ ਪੈ ਜਾਂਦੇ ਹਨ ਕਿ ਉਹ ਆਪਣਾ ਜੀਵਨ ਕਿਵੇਂ ਬਤੀਤ ਕਰਨ। ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ ਅਤੇ ਵੱਡੇ ਹੁੰਦੇ ਹਨ, 나이는 점점 들어 ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। 시간은 가까워지고 ਉਹ ਯਕੀਨਨ ਤੌਰ ਤੇ ਮਹਿਸੂਸ ਕਰਦੇ ਹਨ ਇਸ ਦੁਨੀਆ ਨੂੰ ਛੱਡਣ ਦਾ ਸਮਾਂ ਜਲਦੀ ਹੀ ਆ ਜਾਵੇਗਾ, 다시 하는 그런 육체 ਕਿਉਂਕਿ ਉਹਨਾਂ ਦਾ ਸਰੀਰਕ ਸਰੀਰ ਅਤੇ ਸਿਹਤ ਸਮਾਂ ਲੰਘਣ ਤੋਂ ਬਾਅਦ ਵਧੀਆ ਨਹੀਂ ਰਹਿੰਦੇ। ਉਹ ਨਹੀਂ ਜਾਣਦੇ ਕਿ ਅਜਿਹੀ ਸਿਹਤ ਨਾਲ ਕਿਵੇਂ ਰਹਿਣਾ ਹੁੰਦਾ ਹੈ ਜੋ ਜਵਾਨੀ ਵਾਂਗ ਨਹੀਂ ਹੈ। ਹਾਲਾਂਕਿ ਅਸੀਂ ਸਪਸ਼ਟ ਰੂਪ ਨਾਲ ਜਾਣਦੇ ਹਾਂ ਕਿ ਅਸੀਂ ਧਰਤੀ ਉੱਤੇ ਕਿਉਂ ਆਏ ਅਤੇ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ। 해야 할지를 아는 사람들입니다. ਇਸ ਲਈ ਸਾਨੂੰ ਉਹਨਾਂ ਲੋਕਾਂ ਵਾਂਗ ਕਦੇ ਨਹੀਂ ਬਣਨਾ ਚਾਹੀਦਾ ਜੋ ਅਗਿਆਨਤਾ ਵਿੱਚ ਜੀ ਰਹੇ ਹਨ ਅਤੇ ਸਾਨੂੰ ਉਹਨਾਂ ਦੇ ਉਦਾਹਰਨਾਂ ਉੱਤੇ ਕਦੇ ਨਹੀਂ ਚੱਲਣਾ ਚਾਹੀਦਾ। ਇਸ ਦੇ ਬਜਾਏ ਸਾਨੂੰ ਆਪਣਾ ਸਮਾਂ ਉਹਨਾਂ ਨੂੰ ਸਿਖਾਉਣ ਅਤੇ ਉਹਨਾਂ ਦੀ ਸਹੀ ਅਗਵਾਈ ਕਰਨ ਵਿੱਚ ਲਗਾਉਣਾ ਚਾਹੀਦਾ ਹੈ 할 수 있도록끔 ਤਾਂ ਜੋ ਅਸੀਂ ਇਕੱਠੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। 시간들이 돼야 되겠습니다. ਆਓ ਅਸੀਂ ਲੂਕਾ ਅਧਿਆਇ 22 ਉੱਤੇ ਵਾਪਸ ਜਾਈਏ। ਲੂਕਾ ਅਧਿਆਇ 22 ਵਚਨ 54। ਫਿਰ ਉਸਨੇ ਭੀੜ ਨੂੰ ਵੀ ਕਿਹਾ, ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ ਤੁਸੀਂ ਝੱਟ ਆਖਦੇ ਹੋ ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਹੈ, ਅਰ ਜਦ ਦੱਖਣ ਦੀ ਵਾਉ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। ਹੇ ਕਪਟੀਓ, ਧਰਤੀ ਅਤੇ ਆਕਾਸ਼ ਦੇ ਤੋਰ ਭੋਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ ਹੋ? ਸਾਰੇ ਲੋਕੋ, ਸਾਨੂੰ ਪਰਮੇਸ਼ਵਰ ਦੇ ਉਹਨਾਂ ਵਚਨਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਅੱਜ ਸਾਨੂੰ ਲੂਕਾ ਦੀ ਖੁਸ਼ਖਬਰੀ ਦੁਆਰਾ ਸੁਣਾਉਂਦੇ ਹਨ। ਪਰ ਇਸ ਯੁੱਗ ਦੇ ਬਾਰੇ ਕਿਉਂ ਜਾਂਚ ਕਰਨਾ ਨਹੀਂ ਜਾਣਦੇ? ਸਾਨੂੰ ਸਿਰਫ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਵਿਡ-19 ਮਹਾਮਾਰੀ ਖਤਮ ਹੋਣ ਤੋਂ ਬਾਅਦ ਸਭ ਕੁਝ ਸਧਾਰਨ ਹੋ ਜਾਵੇਗਾ। ਸਾਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਹਨ। ਕੁਝ ਲੱਛਣ ਅਣਸੁਣੀ ਵਿਪਤਾਵਾਂ ਅਤੇ ਛੂਤ ਦੀ ਬਿਮਾਰੀਆਂ ਵਰਗੀਆਂ ਮਹਾਮਾਰੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਨਿਆਂ ਦੇ ਦਿਨ ਲਈ ਭਵਿੱਖਬਾਣੀ ਦਾ ਸਮਾਂ ਜਲਦੀ ਹੀ ਆ ਰਿਹਾ ਹੈ। 전염병입니다. ਭਾਵੇਂ ਅਜਿਹੀ ਬਿਮਾਰੀ ਦੁਨੀਆ ਦੇ ਲੋਕਾਂ ਉੱਤੇ ਆ ਗਈ ਹੈ, 온 지구상에 있는 모든 사람들이 ਜੇਕਰ ਅਸੀਂ ਇਸ ਮੌਜੂਦਾ ਸਮੇਂ ਦਾ ਭੇਤ ਕਰਨਾ ਨਹੀਂ ਜਾਣਦੇ 있어도 이 시대가 ਤਾਂ ਪਰਮੇਸ਼ਵਰ ਦਾ ਦਿਲ ਟੁੱਟ ਜਾਵੇਗਾ। 산다는 것이 답답하다는 것이죠. 2019 11월 ਨਵੰਬਰ ਅਤੇ ਦਸੰਬਰ ਤੋਂ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੋਵਿਡ-19 ਮਹਾਮਾਰੀ ਆਵੇਗੀ। ਅਚਾਨਕ ਇਹ ਬਿਮਾਰੀ ਸਾਡੇ ਰੋਜ਼ਾਨਾ ਜੀਵਨ ਵਿੱਚ ਘੁਸਪੈਠ ਕਰ ਗਈ ਅਤੇ ਪੂਰੀ ਦੁਨੀਆ ਵਿੱਚ ਫੈਲ ਗਈ। 퍼져서 ਇਸ ਸਥਿਤੀ ਤੋਂ ਬਚਣ ਦਾ ਕੋਈ ਰਸਤਾ ਨਹੀਂ ਹੈ ਅਤੇ ਅਜਿਹਾ ਕੋਈ ਦੇਸ਼ ਨਹੀਂ ਹੈ ਜੋ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਇਸ ਲਈ ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੋਸ਼ਿਸ਼ ਕਰੀਏ ਅਤੇ ਪਿਤਾ ਅਤੇ ਮਾਤਾ ਜੀ ਦੀਆਂ ਸਿੱਖਿਆਵਾਂ ਵੱਲ ਧਿਆਨ ਦਈਏ। ਆਓ ਅਸੀਂ ਹਮੇਸ਼ਾ ਆਪਣੇ ਵਿਚਾਰਾਂ ਵਿੱਚ ਰੱਖੀਏ ਕਿ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੇ ਕਿਹਾ ਕਿ ਇਹ ਅੰਤਿਮ ਪਲ ਪੂਰੀ ਦੁਨੀਆ ਉੱਤੇ ਅਚਾਨਕ ਆ ਜਾਵੇਗਾ।
ਇਹ ਯਕੀਨਨ ਤੌਰ ਤੇ ਇਸ ਤਰ੍ਹਾਂ ਆਵੇਗਾ ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ ਕਿ ਇਹ ਅਚਾਨਕ ਆ ਜਾਵੇਗਾ। ਆਓ ਅਸੀਂ ਇੱਕ ਦੂਸਰੇ ਦੀ ਸਹਾਇਤਾ ਕਰੀਏ ਤਾਂ ਜੋ ਅਸੀਂ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰ ਸਕੀਏ, ਤਾਂ ਜੋ ਅਸੀਂ ਹਮੇਸ਼ਾ ਪਰਮੇਸ਼ਵਰ ਸਾਹਮਣੇ ਦ੍ਰਿੜ ਰਹਿ ਸਕੀਏ। ਮੈਨੂੰ ਪਤਾ ਹੈ ਕਿ ਸਾਡੇ ਜੀਵਨ ਵਿੱਚ ਹੁਣ ਵੀ ਕਈ ਮੁਸ਼ਕਲਾਂ ਹਨ ਅਤੇ ਕਰੋਨਾ ਵਾਇਰਸ ਦੇ ਕਾਰਨ ਵਿੱਤੀ ਮੁਸ਼ਕਲਾਂ ਵੀ ਹਨ। ਹਾਲਾਂਕਿ ਕਿਰਪਾ ਕਰਕੇ ਇਹ ਨਾ ਭੁੱਲੋ ਕਿ ਇਹ ਸਭ ਸਾਡੇ ਲਈ ਇਹ ਮਹਿਸੂਸ ਕਰਨ ਦੇ ਸੰਕੇਤ ਹਨ ਕਿ ਸਵਰਗ ਦਾ ਰਾਜ ਅਸਲ ਵਿੱਚ ਕਿੰਨਾ ਨੇੜੇ ਹੈ। ਮੈਂ ਤੁਹਾਨੂੰ ਸਾਰਿਆਂ ਨਾਲ ਇਮਾਨਦਾਰੀ ਨਾਲ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਵਿੱਚ ਦ੍ਰਿੜ ਵਿਸ਼ਵਾਸ ਰੱਖੋ ਅਤੇ ਆਪਣੇ ਵਿਸ਼ਵਾਸ ਦਾ ਨਿਰਮਾਣ ਕਰੋ। ਇਸ ਦੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।